ਆਪ ਜੀ ਬੜੇ ਪਿਆਰ ਨਾਲ ਗੁਰੂ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਸੱਜ ਕੇ ਗੁਰੂ ਜੀ ਦੀ ਪਾਵਨ ਕਥਾ ਸਰਵਣ ਕਰ ਰਹੇ ਹੋ। ਗਰੀਬ ਨਿਵਾਜ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕਥਾ ਅਸੀਂ ਸਰਵਣ ਕਰਦੇ ਹਾਂ। ਇਸ ਜਗਤ ਦਾ ਉਧਾਰ ਕਰਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਉਣਾ ਕੀਤਾ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਨਾਮ ਰੱਖ ਕੇ ਪੁਰੋਹਿਤ ਹਰਦਿਆਲ ਜੀ ਆਪਣੇ ਘਰ ਗਏ ਹੈ। ਰਸਤੇ ਵਿੱਚ ਵਿਚਾਰ ਕੀਤੀ ਤੇ ਪਰਮੇਸ਼ਵਰ ਨੂੰ ਅਰਦਾਸ ਕੀਤੀ, ਹੇ ਵਾਹਿਗੁਰੂ, ਮੇਰੀ ਉਮਰ ਇੰਨੀ ਕਰ ਦਿਓ, ਮੈਂ ਗੁਰੂ ਸਾਹਿਬ ਪਾਸੋਂ ਕੋਈ ਗਿਆਨ ਵਾਲਾ ਬਚਨ ਸੁਣਾ। ਉਹ ਜਦੋਂ 5 ਸਾਲ ਦੇ ਹੋਏ ਤਾਂ ਉਹਨਾਂ ਨੇ ਬਾਹਰ ਜਾਣਾ ਸ਼ੁਰੂ ਕੀਤਾ। ਘਰ ਦੇ ਕੀਮਤੀ ਭਾਂਡੇ ਗੁਰੂ ਸਾਹਿਬ ਬਾਹਰ ਵੰਡ ਆਉਂਦੇ ਸਨ। ਗੁਰੂ ਸਾਹਿਬ ਦੀ ਇਹ ਗੱਲ ਉਹਨਾਂ ਦੇ ਮਾਤਾ ਪਿਤਾ ਨੂੰ ਪਸੰਦ ਨਹੀਂ ਆਈ। ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਨੂੰ ਇਹ ਚਿੰਤਾ ਹੋਣ ਲੱਗੀ ਕਿ ਇਹ ਘਰ ਦੇ ਭਾਂਡੇ ਬਾਹਰ ਦੇ ਆਉਂਦੇ ਹੈ, ਇਸ ਤਰ੍ਹਾਂ ਕਿੱਦਾਂ ਚੱਲੇਗਾ। ਹੁਣ ਅੱਗੇ ਕਥਾ ਸਰਵਣ ਕਰੀਏ ਜੀ। ਮਹਿਤਾ ਕਾਲੂ ਜੀ ਨੇ ਦੇਖਿਆ ਇਹ ਘਰ ਵਿੱਚ ਕੋਈ ਵਸਤੂ ਰਹਿਣ ਨਹੀਂ ਦਿੰਦੇ, ਜਿਹੜੀ ਵੀ ਵਸਤੂ ਹੁੰਦੀ ਹੈ ਇਹ ਗਰੀਬਾਂ ਵਿੱਚ ਵੰਡ ਆਉਂਦੇ ਨੇ। ਤਾਂ ਮਹਿਤਾ ਕਾਲੂ ਜੀ ਨੂੰ ਪੁਰੋਹਿਤ ਹਰਦਿਆਲ ਦਾ ਬਚਨ ਯਾਦ ਆਇਆ। ਪੁਰੋਹਿਤ ਹਰਦਿਆਲ ਜੀ ਨੇ ਉਹਨਾਂ ਨੂੰ ਦੱਸਿਆ ਸੀ ਕਿ ਇਸ ਬੱਚੇ ਦੀ ਬੜੀ ਵੱਡੀ ਵਡਿਆਈ ਹੈ, ਇਹਨਾਂ ਨੂੰ ਸਿੱਧ ਪੀਰ ਨਾਥ ਸਾਰੇ ਮੰਨਣਗੇ। ਮਨ ਵਿੱਚ ਕਈ ਗੱਲਾਂ ਸੋਚਦੇ ਹੋਏ ਮਹਿਤਾ ਕਾਲੂ ਜੀ ਪੁਰੋਹਿਤ ਹਰਦਿਆਲ ਜੀ ਦੇ ਘਰ ਗਏ। ਜਦੋਂ ਪੁਰੋਹਿਤ ਹਰਦਿਆਲ ਜੀ ਨੇ ਦੇਖਿਆ ਕਿ ਮਹਿਤਾ ਕਾਲੂ ਜੀ ਆਏ ਨੇ ਤਾਂ ਉਹਨਾਂ ਨੇ ਉੱਠ ਕੇ ਮਹਿਤਾ ਕਾਲੂ ਜੀ ਦਾ ਸਤਿਕਾਰ ਕੀਤਾ। ਮਹਿਤਾ ਕਾਲੂ ਜੀ ਹਰਦਿਆਲ ਜੀ ਨੂੰ ਕਹਿਣ ਲੱਗੇ, ਤੁਸੀਂ ਬੜਾ ਸੋਹਣਾ ਭੁੱਖ ਦੱਸਿਆ ਮੇਰੇ ਪੁੱਤਰ ਦਾ। ਜਿਸ ਦਿਨ ਮੇਰੇ ਪੁੱਤਰ ਦਾ ਤੁਸੀਂ ਨਾਮ ਰੱਖਣ ਆਏ ਸੀ ਉਸ ਦਿਨ ਤੁਸੀਂ ਮੇਰੇ ਪੁੱਤਰ ਦੇ ਬੜੇ ਗੁਣ ਗਾਏ ਸੀ, ਪਰ ਮੈਂ ਇਹਨਾਂ ਵਿੱਚ ਕੋਈ ਗੁਣ ਨਹੀਂ ਦੇਖਿਆ। ਤੁਸੀਂ ਕਿਹਾ ਸੀ ਇਹ ਬੜੇ ਮਹਾਨ ਹੋਣਗੇ, ਇਹਨਾਂ ਦਾ ਬੜਾ ਪ੍ਰਤਾਪ ਹੋਏਗਾ, ਇਹ ਤਾਂ ਘਰ ਦੀਆਂ ਚੀਜ਼ਾਂ ਵੱਡੇ ਜਾਂਦੇ ਹੈ। ਮਹਿਤਾ ਕਾਲੂ ਜੀ ਬੜੇ ਗੁੱਸੇ ਵਿੱਚ ਗੁਰੂ ਸਾਹਿਬ ਦੇ ਬਾਰੇ ਹਰਦਿਆਲ ਜੀ ਨੂੰ ਕਹਿਣ ਲੱਗੇ। ਮਹਿਤਾ ਕਾਲੂ ਜੀ ਕਹਿਣ ਲੱਗੇ, ਤੁਸੀਂ ਚੰਗੇ ਛਤਰ ਚੜਾਏ ਨੇ ਸਾਡੇ ਸਿਰ ਤੇ, ਹੁਣ ਤਾਂ ਪਹਿਲੀਆਂ ਵਸਤੂਆਂ ਵੀ ਘਰ ਵਿੱਚੋਂ ਗਵਾਚ ਗਈਆਂ ਨੇ। ਜੋ ਵੀ ਅਸੀਂ ਨਾਨਕ ਜੀ ਨੂੰ ਦਿੰਨੇ ਆ ਉਹ ਬਾਹਰ ਜਾ ਕੇ ਵੰਡ ਆਉਂਦੇ ਨੇ। ਜਦੋਂ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਤਾਂ ਇਹ ਕੁਝ ਦੱਸਦੇ ਨਹੀਂ। ਤੁਹਾਡੀ ਇਹਨਾਂ ਬਾਰੇ ਭੁੱਖਬਾਣੀ ਬਿਲਕੁਲ ਗਲਤ ਹੈ। ਮਹਿਤਾ ਕਾਲੂ ਜੀ ਪੁਰੋਹਿਤ ਹਰਦਿਆਲ ਜੀ ਨਾਲ ਲੜਨ ਲੱਗ ਪਏ। ਮਹਿਤਾ ਕਾਲੂ ਜੀ ਉਹਨਾਂ ਨੂੰ ਕਹਿਣ ਲੱਗੇ, ਤੁਸੀਂ ਸਾਨੂੰ ਖੁਸ਼ ਕਰਨ ਵਾਸਤੇ, ਮਾਇਆ ਲੈਣ ਵਾਸਤੇ ਇਹ ਸਭ ਕੁਝ ਕਿਹਾ। ਗਿਣਤੀ ਕਰ ਲਿਆ ਤੁਹਾਡੇ ਕੋਲ ਗਲਤੀ ਹੋਈ ਹੈ, ਇਹਨਾਂ ਵਿੱਚ ਕੋਈ ਜਸ ਨਹੀਂ। ਪੁਰੋਹਿਤ ਹਰਦਿਆਲ ਜੀ ਕਹਿਣ ਲੱਗੇ, ਕੋਈ ਇੱਕ ਅੱਧਾ ਸਰਬੰਧੀ ਹੋਏਗਾ ਜਿਹੜਾ ਤੇਰੇ ਪੁੱਤਰ ਨੂੰ ਸਮਝੇਗਾ, ਬਾਕੀ ਕਿਸੇ ਰਿਸ਼ਤੇਦਾਰ ਨੇ ਵੀ ਇਹਨਾਂ ਦੀ ਮਹਿਮਾ ਨੂੰ ਨਹੀਂ ਸਮਝਣਾ। ਅਜੇ ਇਹ ਛੋਟੇ ਨੇ, ਜਦੋਂ ਇਹ ਵੱਡੇ ਹੋਣਗੇ ਤਾਂ ਇਹਨਾਂ ਦਾ ਪ੍ਰਤਾਪ ਬਹੁਤ ਵੱਧ ਜਾਏਗਾ। ਪੀਰ ਮੀਰ ਸਾਰੇ ਇਹਨਾਂ ਦੀ ਆਨ ਮੰਨਣਗੇ। ਜਿਵੇਂ ਕ੍ਰਿਸ਼ਨ ਜੀ ਨੂੰ ਮਥੁਰਾ ਦੇ ਲੋਕਾਂ ਨੇ ਮੰਨਿਆ ਸੀ, ਪਰ ਇਹਨਾਂ ਨੂੰ ਸਾਰਾ ਜਗਤ ਮੰਨੇਗਾ। ਤੂੰ ਬਜ਼ੁਰਗ ਹੋ ਜਾਣਾ ਹੈ, ਪਰ ਤੂੰ ਦੇਖ ਲਈ ਰਾਮ ਚੰਦਰ ਜੀ ਵਰਗੇ ਇਹਨਾਂ ਵਿੱਚ ਗੁਣ ਹੋਣਗੇ। ਵੇਦ ਵਿਆਸ ਵਰਗੇ ਬੜੇ ਵੱਡੇ ਆਚਾਰਿਆ ਹੋਣਗੇ ਤੁਹਾਡੇ ਪੁੱਤਰ ਜੀ। ਉਹ ਮਨੁੱਖ ਧਨ ਹੋਣਗੇ ਜਿਹੜੇ ਤੇਰੇ ਪੁੱਤਰ ਦੇ ਚਰਨਾਂ ਵਿੱਚ ਆ ਜਾਣਗੇ। ਹਰਦਿਆਲ ਜੀ ਮਹਿਤਾ ਕਾਲੂ ਜੀ ਨੂੰ ਕਹਿਣ ਲੱਗੇ, ਤੂੰ ਆਪਣੇ ਪੁੱਤਰ ਤੇ ਸ਼ਰਧਾ ਧਾਰ, ਮਾਇਆ ਨਾਲ ਪਿਆਰ ਛੱਡ ਦੇ। 2 ਭਾਂਡਿਆਂ ਕਰਕੇ ਤੂੰ ਆਪਣੇ ਮਨ ਨੂੰ ਡੁਲਾ ਲਿਆ। ਆਪਣੇ ਮਨ ਵਿੱਚ ਇਹੀ ਭਾਵਨਾ ਕਰ ਕਿ ਜੋ ਮੇਰਾ ਪੁੱਤਰ ਕਰ ਰਿਹਾ ਉਹ ਠੀਕ ਕਰ ਰਿਹਾ। ਇਹ ਪਰਮ ਰੂਪ ਪਰਮਾਤਮਾ ਨੇ। ਪਰ ਮਹਿਤਾ ਕਾਲੂ ਤੈਨੂੰ ਤਾਂ ਹੀ ਸਮਝ ਆਣੀ ਹੈ ਜੇ ਤੂੰ ਇਹਨਾਂ ਨੂੰ ਆਪਣਾ ਪੁੱਤਰ ਨਾ ਸਮਝ ਕੇ ਪਰਮੇਸ਼ਵਰ ਸਮਝੇਗਾ। ਤੂੰ ਇਹਨਾਂ ਦੇ ਪ੍ਰਤੀ ਆਪਣੇ ਮਨ ਵਿੱਚ ਸ਼ਰਧਾ ਧਾਰ। ਜਦੋਂ ਮਹਿਤਾ ਕਾਲੂ ਜੀ ਨੇ ਹਰਦਿਆਲ ਜੀ ਦੇ ਮੁਖ ਤੋਂ ਇਹ ਬਚਨ ਸੁਣੇ ਤਾਂ ਉਹ ਚੁੱਪ ਕਰ ਗਏ, ਅੱਗੇ ਨਹੀਂ ਬੋਲੇ। ਹਰਦਿਆਲ ਜੀ ਨੇ ਗੁਰੂ ਸਾਹਿਬ ਦੀ ਬੜੀ ਕੀਰਤੀ ਕੀਤੀ। ਇਹ ਸੁਣ ਕੇ ਮਹਿਤਾ ਕਾਲੂ ਜੀ ਚੁੱਪ ਕਰ ਗਏ। ਹਰਦਿਆਲ ਜੀ ਨੇ ਗੁਰੂ ਸਾਹਿਬ ਦੀ ਇੰਜ ਸਿਫਤ ਕੀਤੀ ਜਿਵੇਂ ਮਾਲਾ ਵਿੱਚ ਮੋਤੀ ਪਰੋਈਦੇ ਹੈ, ਪਰ ਸਾਗ ਵੇਚਣ ਵਾਲਾ ਉਹ ਮੋਤੀਆਂ ਦੇ ਮਾਲਾ ਦੀ ਕੀਮਤ ਨਹੀਂ ਜਾਣਦਾ। ਮਹਿਤਾ ਕਾਲੂ ਜੀ ਸੰਸਾਰ ਦੇ ਧੰਦਿਆਂ ਵਿੱਚ ਫਸੇ ਹੈ, ਉਹ ਗੁਰੂ ਸਾਹਿਬ ਦੀ ਮਹਿਮਾ ਨੂੰ ਨਹੀਂ ਜਾਣਦੇ। ਮਹਿਤਾ ਕਾਲੂ ਜੀ ਨੂੰ ਪਿਛਲੇ ਜਨਮ ਵਿੱਚ ਬਚਨ ਹੋਇਆ ਸੀ ਕਿ ਪਰਮੇਸ਼ਵਰ ਤੁਹਾਡੇ ਘਰ ਜਨਮ ਲਏਗਾ, ਪਰ ਤੁਸੀਂ ਪਛਾਣ ਨਹੀਂ ਸਕੋਗੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪੂਰੇ ਪਰਮੇਸ਼ਵਰ ਨੇ। ਮਹਿਤਾ ਕਾਲੂ ਜੀ ਆਪਣੇ ਘਰ ਵਾਪਿਸ ਆ ਗਏ ਤੇ ਜਗਤ ਦੇ ਕੰਮਾਂ 'ਚ ਫੇਰ ਲੱਗ ਗਏ। ਸੂਰਜ ਡੁੱਬ ਗਿਆ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਖੇਡ ਕੇ ਆਪਣੇ ਘਰ ਵਾਪਿਸ ਆ ਗਏ। ਉਹਨਾਂ ਦੀ ਮਾਤਾ ਜੀ ਨੇ ਉਹਨਾਂ ਨੂੰ ਰਾਤ ਨੂੰ ਪ੍ਰਸ਼ਾਦਾ ਛਕਾਇਆ। ਉਸ ਤੋਂ ਬਾਅਦ ਗੁਰੂ ਸਾਹਿਬ ਨੇ ਦੁੱਧ ਪੀਤਾ ਤੇ ਆਪਣੇ ਪਲੰਗੇ ਤੇ ਲੇਟ ਗਏ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਰਾਮ ਕਰਨ ਲੱਗੇ
ਚੰਦ ਗੁਰੂ ਸਾਹਿਬ ਦੇ ਵਿਹੜੇ ਵਿੱਚ ਆ ਗਿਆ। ਜਦੋਂ ਸਵਾ ਪਹਿਰ ਰਾਤ ਰਹਿ ਗਈ ਤਾਂ ਮਾਤਾ ਤ੍ਰਿਪਤਾ ਜੀ ਨੇ ਇੱਕ ਸੁਪਨਾ ਦੇਖਿਆ। 2 ਦਿਨ ਪਹਿਲਾਂ ਮਾਤਾ ਜੀ ਗੁਰੂ ਸਾਹਿਬ ਨੂੰ ਛੋਟੀ ਦਿਖਾ ਰਹੇ ਸਨ ਕਿ ਭਾਂਡੇ ਬਾਹਰ ਨਹੀਂ ਖੜਨੇ। ਅੱਜ ਮਾਤਾ ਜੀ ਸੁੱਤੇ ਤਾਂ ਉਹਨਾਂ ਨੇ ਸੁਪਨਾ ਦੇਖਿਆ ਬੜੇ ਦੇਵਤੇ ਇਕੱਠੇ ਹੋਏ ਹੈ ਤੇ ਉਹਨਾਂ ਦੇ ਰੂਪ ਬੜੇ ਸੋਹਣੇ ਨੇ ਤੇ ਉਹ ਸਾਰੇ ਮਿਲ ਕੇ ਆਨੰਦ ਮੰਗਲ ਕਰ ਰਹੇ ਹੈ। ਉਹਨਾਂ ਦੇਵਤਿਆਂ ਦੇ ਚਿਹਰੇ ਬੜੇ ਉਜਲੇ ਨੇ। ਉਹਨਾਂ ਨੇ ਆਪਣੇ ਹੱਥ ਵਿੱਚ ਚੰਦਨ ਤੇ ਫੁੱਲ ਫੜੇ ਹੋਏ ਹੈ। ਸੁਪਨੇ ਵਿੱਚ ਇੱਕ ਬੜੀਆ ਵਧੀਆ ਸੋਨੇ ਦਾ ਪਲੰਘਾ ਪਿਆ ਹੈ ਤੇ ਉਹਦੇ ਵਿੱਚ ਮੋਤੀ ਜੜੇ ਹੋਏ ਨੇ ਤੇ ਉਸ ਪਲੰਘੇ ਤੇ ਗੁਰੂ ਸਾਹਿਬ ਬੈਠੇ ਹੋਏ ਨੇ। ਬਾਲ ਅਵਸਥਾ ਵਿੱਚ ਗੁਰੂ ਸਾਹਿਬ ਪਲੰਘੇ ਤੇ ਬੈਠੇ ਹੋਏ ਇੰਨੇ ਸੋਹਣੇ ਲੱਗ ਰਹੇ ਹਨ ਕਿ ਕਾਮਦੇਵ ਦੀ ਸ਼ੋਭਾ ਵੀ ਉਹਨਾਂ ਸਾਹਮਣੇ ਕੁਝ ਨਹੀਂ। ਬੜੇ ਬੜੇ ਵੱਡੇ ਦੇਵਤੇ ਗੁਰੂ ਸਾਹਿਬ ਨੂੰ ਸੋਨੇ ਦੀ ਗੱਦੀ ਤੇ ਬਿਠਾ ਕੇ ਉਹਨਾਂ ਦੇ ਅੱਗੇ ਹੱਥ ਜੋੜ ਰਹੇ ਨੇ ਤੇ ਉਹਨਾਂ ਦੀ ਕਈ ਤਰ੍ਹਾਂ ਨਾਲ ਪੂਜਾ ਕਰ ਰਹੇ ਨੇ। ਉਹ ਗੁਰੂ ਸਾਹਿਬ ਦੀ ਬੜੀ ਉਸਤਤ ਕਰ ਰਿਹਾ ਹੈ। ਗੁਰੂ ਸਾਹਿਬ ਦੀ ਉੱਥੇ ਜੈ ਜੈਕਾਰ ਹੋ ਰਹੀ ਹੈ। ਸਾਰੇ ਦੇਵਤੇ ਕਹਿ ਰਹੇ ਨੇ ਮਹਾਰਾਜ ਤੁਸੀਂ ਖੁਦ ਪਰਮੇਸ਼ਵਰ ਹੋ। ਦੇਵਤੇ ਕਹਿਣ ਲੱਗੇ ਮਹਾਰਾਜ ਇਸ ਧਰਤੀ ਨੂੰ ਆਸਰਾ ਦੇਣ ਵਾਸਤੇ ਤੁਸੀਂ ਧਰਤੀ ਤੇ ਬੇਦੀਆਂ ਦੀ ਕੁਲ ਵਿੱਚ ਗਏ ਹੋ। ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਇਹ ਭਗਤੀ ਦਾ ਉਧਾਰ ਕਰਨ ਵਾਸਤੇ ਤੁਸੀਂ ਇਸ ਜਗਤ ਵਿੱਚ ਆਏ ਹੋ। ਸਾਰੇ ਦੇਵਤਿਆਂ ਨੇ ਗੁਰੂ ਸਾਹਿਬ ਦੇ ਉੱਤੇ ਫੁੱਲ ਤੇ ਚੰਦਨ ਨਾਲ ਵਰਖਾ ਕੀਤੀ। ਜਦੋਂ ਉਹਨਾਂ ਨੇ ਇਹ ਦੇਖਿਆ ਉਹਨਾਂ ਦੇ ਪੁੱਤਰ ਦੇ ਉੱਪਰ ਫੁੱਲਾਂ ਦੀ ਵਰਖਾ ਹੋ ਰਹੀ ਹੈ ਤਾਂ ਉਹਨਾਂ ਦੇ ਨੇਤਰ ਖੁੱਲ ਗਏ। ਉਹ ਬੜੇ ਹੈਰਾਨ ਹੋਏ, ਇਹ ਮੈਂ ਕੀ ਵੇਖਿਆ। ਜਿਨ੍ਹਾਂ ਦੇਵਤਿਆਂ ਬਾਰੇ ਸੁਣਦੇ ਹਾਂ ਉਹਨਾਂ ਸਾਰਿਆਂ ਦੇ ਦਰਸ਼ਨ ਹੋ ਗਏ। ਮਾਤਾ ਜੀ ਉਸੇ ਵੇਲੇ ਉੱਠ ਕੇ ਉੱਥੇ ਚਲੇ ਗਏ ਜਿੱਥੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਰਾਮ ਕਰ ਰਹੇ ਸਨ। ਜਦੋਂ ਮਾਤਾ ਜੀ ਨੇ ਉਹਨਾਂ ਦੇ ਦਰਸ਼ਨ ਕੀਤੇ ਤਾਂ ਉਹਨਾਂ ਨੇ ਦੇਖਿਆ ਉਹਨਾਂ ਤੇ ਚੰਦਨ ਦਾ ਛਿੜਕਾਅ ਹੋਇਆ ਸੀ। ਉਹ ਬੜੇ ਹੈਰਾਨ ਹੋਏ ਕਿ ਚੰਦਨ ਤਾਂ ਮੈਂ ਸੁਪਨੇ ਵਿੱਚ ਦੇਖਿਆ ਸੀ। ਸਾਰੇ ਦੇਵਤੇ ਗੁਰੂ ਸਾਹਿਬ ਦੇ ਉੱਤੇ ਚੰਦਨ ਦਾ ਛਿੜਕਾਅ ਕਰ ਰਹੇ ਸਨ। ਉਹਨਾਂ ਦੇ ਮਨ ਵਿੱਚ ਪਰੇਸ਼ਾਨੀ ਹੋ ਗਈ ਕਿ ਇਹ ਕੀ ਖੇਡ ਹੈ। ਮੈਂ ਤਾਂ ਇਹ ਸਭ ਕੁਝ ਸੁਪਨੇ ਵਿੱਚ ਦੇਖਿਆ ਸੀ। ਇੱਥੇ ਤਾਂ ਸੱਚੀ ਮੁੱਚੀ ਚੰਦਨ ਛਿੜਕਿਆ ਪਿਆ ਤੇ ਇੰਨੀ ਖੁਸ਼ਬੂ ਆ ਰਹੀ ਹੈ। ਉਹ ਸੋਚਣ ਲੱਗੇ ਇਹ ਕੋਈ ਸੁਪਨਾ ਸੀ ਜਾਂ ਸੱਚ ਸੀ। ਮਾਤਾ ਜੀ ਘਬਰਾ ਗਏ ਪਰ ਉਹਨਾਂ ਨੇ ਮਹਿਤਾ ਕਾਲੂ ਜੀ ਨੂੰ ਨਹੀਂ ਉਠਾਇਆ। ਉਹਨਾਂ ਨੂੰ ਇਹ ਨਿਰਣਾ ਨਹੀਂ ਹੋਇਆ ਕਿ ਇਹ ਪ੍ਰਤੱਖ ਹੋਇਆ ਜਾਂ ਸੁਪਨਾ ਵੇਖਿਆ। ਮਾਤਾ ਜੀ ਸੋਚਣ ਲੱਗੇ ਕਿ ਜੋ ਹਰਦਿਆਲ ਕਹਿੰਦਾ ਸੀ ਕਿਤੇ ਸੱਚ ਹੀ ਨਾ ਕਹਿੰਦਾ ਹੋਵੇ। ਇਹ ਸੱਚਮੁੱਚ ਰੱਬ ਦਾ ਅਵਤਾਰ ਨੇ। ਇਹਨਾਂ ਵਿੱਚ ਕੋਈ ਗੱਲ ਤਾਂ ਹੈਗੀ ਹੈ। ਸਾਰੇ ਦੇਵਤੇ ਮੇਰੇ ਬੱਚੇ ਦੇ ਚਰਨ ਘੁੱਟ ਰਹੇ ਸਨ, ਇਹਨਾਂ ਨੂੰ ਮੱਥਾ ਟੇਕ ਰਹੇ ਸਨ। ਇਸ ਵਿੱਚ ਕੋਈ ਨਾ ਕੋਈ ਗੱਲ ਤਾਂ ਹੈਗੀ ਹੈ। ਮੈਂ ਇਹ ਸਭ ਕੁਝ ਸੁਪਨੇ ਵਾਂਗੂ ਦੇਖਿਆ ਪਰ ਚੰਦਨ ਤਾਂ ਇੱਥੇ ਸੱਚੀ ਮੁੱਚੀ ਛਿੜਕਿਆ ਹੋਇਆ। ਰਾਤ ਨੂੰ ਮਾਤਾ ਜੀ ਨੂੰ ਨੀਂਦ ਨਹੀਂ ਆਈ। ਉਹ ਸਾਰੀ ਰਾਤ ਬੈਠੇ ਰਹੇ ਤੇ ਦਿਨ ਚੜ੍ਹ ਗਿਆ। ਉਹਨਾਂ ਨੂੰ ਰਾਤ ਇਹ ਪੂਰਾ ਬਣ ਗਿਆ ਕਿ ਮੇਰਾ ਬੱਚਾ ਪਰਮੇਸ਼ਵਰ ਅਵਤਾਰ ਹੈ। ਪਰ ਜਦੋਂ ਸੂਰਜ ਚੜ੍ਹਿਆ ਪਰਮੇਸ਼ਵਰ ਨੇ ਉਹਨਾਂ ਦੇ ਮਨ ਤੇ ਮੋਹ ਦੀ ਚਾਦਰ ਪਾ ਦਿੱਤੀ। ਉਹਨਾਂ ਨੂੰ ਪਰਮੇਸ਼ਵਰ ਭੁੱਲ ਗਿਆ ਤੇ ਪੁੱਤ ਚਿਪਤੇ ਰਹਿ ਗਿਆ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉੱਠ ਗਏ। ਗੁਰੂ ਸਾਹਿਬ ਕਹਿਣ ਲੱਗੇ ਭੁੱਖ ਲੱਗੀ ਹੈ, ਕੁਝ ਖਾਣ ਨੂੰ ਦੇ। ਮਾਤਾ ਜੀ ਨੂੰ ਰਾਤ ਵਾਲੀ ਸਾਰੀ ਵਿਚਾਰ ਭੁੱਲ ਗਈ। ਮਾਤਾ ਜੀ ਇਸ ਕੰਮ ਵਿੱਚ ਲੱਗ ਗਏ ਕਿ ਮੈਂ ਆਪਣੇ ਪੁੱਤ ਨੂੰ ਪ੍ਰਸ਼ਾਦਾ ਦੇਵਾਂ। ਗੁਰੂ ਸਾਹਿਬ ਨੇ ਸੋਚ ਇਸ਼ਨਾਨ ਕੀਤਾ ਤੇ ਫਿਰ ਦਹੀਂ ਦੇ ਨਾਲ ਪਰੌਂਠੇ ਖਾਧੇ। ਜਿਵੇਂ ਪਹਿਲਾਂ ਗੁਰੂ ਸਾਹਿਬ ਨੂੰ ਉਹ ਪੋਤੀ ਸਮਝਦੇ ਸਨ, ਹੁਣ ਵੀ ਪੋਤੀ ਸਮਝਣ ਲੱਗੇ। ਉਹਨਾਂ ਨੂੰ ਰਾਤ ਵਾਲੀ ਸਾਰੀ ਖੇਡ ਭੁੱਲ ਗਈ। ਗੁਰੂ ਸਾਹਿਬ ਮਾਤਾ ਜੀ ਕੋਲੋਂ ਪ੍ਰਸ਼ਾਦਾ ਛਕ ਕੇ ਫਿਰ ਬਾਲਾਂ ਵਿੱਚ ਖੇਡਣ ਵਾਸਤੇ ਚਲੇ ਗਏ। ਗੁਰੂ ਸਾਹਿਬ ਖੇਡਣ ਲੱਗ ਪਏ। ਉਹ ਬੱਚਿਆਂ ਨੂੰ ਖੂਬ ਲੜਾਉਂਦੇ ਤੇ ਜਦੋਂ ਬੱਚੇ ਥੱਕ ਜਾਂਦੇ ਤਾਂ ਗੁਰੂ ਸਾਹਿਬ ਇੱਕ ਥਾਂ ਤੇ ਬੈਠਦੇ ਤੇ ਸਾਰੇ ਬੱਚੇ ਉਹਨਾਂ ਦੇ ਨਾਲ ਬੈਠਦੇ। ਗੁਰੂ ਸਾਹਿਬ ਉਹਨਾਂ ਨੂੰ ਕਹਾਣੀਆਂ ਸੁਣਾਉਣ ਲੱਗੇ। ਗੁਰੂ ਸਾਹਿਬ ਉਹਨਾਂ ਨੂੰ ਭਗਤੀ ਤੇ ਵਿਰਾਗ ਦੀਆਂ ਕਥਾਵਾਂ ਸੁਣਾਉਂਦੇ ਸਨ। ਉਹ ਸਾਰੇ ਬੱਚੇ ਛੋਟੇ ਛੋਟੇ ਸਨ ਪਰ ਗੁਰੂ ਸਾਹਿਬ ਦੇ ਮੁਖ ਤੋਂ ਉਹ ਬੜੇ ਪਿਆਰ ਨਾਲ ਕਥਾ ਸੁਣਦੇ ਸਨ। ਉਹਨਾਂ ਦਾ ਇਹਦੇ ਨਾਲ ਪਿਆਰ ਵੱਧਦਾ ਸੀ ਕਿ ਇਹ ਬੋਲੀ ਜਾਣ ਤੇ ਅਸੀਂ ਸੁਣੀ ਜਾਈਏ। ਗੁਰੂ ਸਾਹਿਬ ਉਹਨਾਂ ਨੂੰ ਕਥਾ ਸੁਣਾਉਂਦੇ ਤੇ ਉਹ ਆਪਣੇ ਕੰਨਾਂ ਨਾਲ ਅੰਮ੍ਰਿਤ ਕਥਾ ਸੁਣਦੇ। ਗੁਰੂ ਸਾਹਿਬ ਕਥਾ ਕਰਦੇ ਤੇ ਗੁਰੂ ਸਾਹਿਬ ਦੀ ਕਥਾ ਦੇ ਰਾਹੀਂ ਉਹਨਾਂ ਦੇ ਕੰਨਾਂ ਵਿੱਚ ਅੰਮ੍ਰਿਤ ਜਾਂਦਾ। ਜਿਹੜੇ ਲੋਕ ਉੱਥੋਂ ਆਉਂਦੇ ਜਾਂਦੇ ਸਨ ਉਹ ਵੀ ਕਥਾ ਸੁਣਦੇ ਸਨ ਤੇ ਉਹ ਕਥਾ ਵਿੱਚ ਹੀ ਖੋ ਜਾਂਦੇ। ਉਹਨਾਂ ਨੂੰ ਕੰਮਕਾਰ ਦਾ ਚੇਤਾ ਭੁੱਲ ਜਾਂਦਾ। ਲੋਕ ਗੁਰੂ ਸਾਹਿਬ ਨੂੰ ਕਹਿੰਦੇ
ਐਦਾਂ ਲੱਗਦਾ ਹੈ ਜਿਵੇਂ ਬੜਾ ਵੱਡਾ ਪੰਡਤ ਕਥਾ ਕਰ ਰਿਹਾ ਹੋਵੇ। ਤਲਵੰਡੀ ਦੇ ਲੋਕ ਗੁਰੂ ਸਾਹਿਬ ਕੋਲ ਖਲੋ ਕੇ ਕਥਾ ਸੁਣਦੇ। ਉਹ ਸੋਚਦੇ, ਇਹਨਾਂ ਨੂੰ ਇਹ ਸਭ ਕੁਝ ਕਿਵੇਂ ਪਤਾ ਚੱਲ ਗਿਆ, ਇਹ ਕਿਵੇਂ ਕਥਾ ਕਰਦੇ ਨੇ। ਗੁਰੂ ਸਾਹਿਬ ਦਾ ਚੰਦ ਵਰਗਾ ਮੁਖੜਾ ਸੀ ਤੇ ਅੰਮ੍ਰਿਤ ਵਰਗੀ ਬਾਣੀ ਸੀ। ਜਦੋਂ ਕੰਨਾਂ ਦੇ ਅੰਦਰ ਜਾਂਦੀ ਤਾਂ ਅੰਦਰ ਰਸ ਬਣਦਾ। ਬੱਚੇ ਗੁਰੂ ਸਾਹਿਬ ਦਾ ਮੁਖ ਦੇਖੀ ਜਾਂਦੇ। ਉਹਨਾਂ ਦੀ ਗੁਰੂ ਸਾਹਿਬ ਨਾਲ ਪ੍ਰੀਤੀ ਲੱਗ ਗਈ। ਉਹ ਗੁਰੂ ਸਾਹਿਬ ਦਾ ਸੰਗ ਨਾ ਛੱਡਦੇ। ਜਦੋਂ ਗੁਰੂ ਸਾਹਿਬ ਆਪਣੇ ਘਰ ਆਉਂਦੇ ਤਾਂ ਬੱਚੇ ਚਲਦੇ ਚਲਦੇ ਉਹਨਾਂ ਦੇ ਨਾਲ ਹੀ ਉਹਨਾਂ ਦੇ ਘਰ ਵਿਹੜੇ ਵਿੱਚ ਪਹੁੰਚ ਜਾਂਦੇ। ਉਹ ਆਪਣੇ ਘਰ ਨਹੀਂ ਸੀ ਜਾਂਦੇ। ਗੁਰੂ ਸਾਹਿਬ ਦਿਨੇ ਪ੍ਰਸ਼ਾਦਾ ਛਕਦੇ ਸਨ, ਫਿਰ ਦੁਪਹਿਰੇ ਘਰ ਆਉਂਦੇ, ਦੁਪਹਿਰ ਤੋਂ ਬਾਅਦ ਫਿਰ ਕਥਾ ਕਰਦੇ, ਫਿਰ ਰਾਤ ਨੂੰ ਘਰ ਆਉਂਦੇ। ਉਹ ਰਾਤ ਤੱਕ ਬੱਚਿਆਂ ਨੂੰ ਕਥਾ ਸੁਣਾਉਂਦੇ। ਪਵਿੱਤਰ ਮਨ ਵਾਲੇ ਮੁਕਤੀ ਦਾਤਾ ਗੁਰੂ ਸਾਹਿਬ ਜਦੋਂ ਕਥਾ ਸੁਣਾਉਂਦੇ ਤਾਂ ਬਾਲਕਾਂ ਦੇ ਮਨ ਪਵਿੱਤਰ ਹੋ ਜਾਂਦੇ। ਭਾਈ ਸੰਤੋਖ ਸਿੰਘ ਜੀ ਲਿਖਦੇ ਹੈ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਾਲ ਲੀਲਾ ਕਰਦੇ। ਉਹ ਬੱਚਿਆਂ ਨੂੰ ਖੂਬ ਦੌੜਾਉਂਦੇ। ਜਦੋਂ ਬੱਚੇ ਥੱਕ ਜਾਂਦੇ ਤਾਂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਕਥਾ ਕਰਨੀ ਸ਼ੁਰੂ ਕਰ ਦਿੰਦੇ। ਇਸ ਤਰ੍ਹਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪ ਸੁਖੀ ਨੇ ਤੇ ਬੱਚਿਆਂ ਨੂੰ ਵੀ ਸੁੱਖ ਦਿੰਦੇ।